यूरोपियन यूनियन ने पाकिस्तान के इलेक्शन से नाल उंगली नहीं थप्पड़ उठा दिता, उंगली नहीं उठाई। ਜਿਹੜੇ ਯੂਰਪੀਅਨ ਲੋਕ ਨੇ ਇਹਨਾਂ 'ਚ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ, ਇਹ ਤੇ ਮਾਂ ਬੇਟਾ ਇਕੱਠੇ ਜਾਂ ਪਿਓ ਧੀ ਇਕੱਠੇ ਬਾਜ਼ਾਰ ਚਾਹ ਪੀਣ ਜਾਣ ਨਾ ਤੇ ਦੋਵੇਂ ਆਪਣਾ ਬਿੱਲ ਅਲੱਗ ਦਿੰਦੇ ਨੇ। ਲੇਕਿਨ ਹੈ ਕਿ ਓਵਰਸੀਜ਼ ਪਾਕਿਸਤਾਨੀ ਨੂੰ ਸ਼ਾਇਦ ਤੁਹਾਡੇ ਇਲਮ 'ਚ ਕਿ ਵੋਟ ਦਾ ਹੱਕ ਦੇ ਕੇ ਖੋਹ ਲਿੱਤਾ ਗਿਆ। ਅੱਛਾ, ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਤਹਿਰੀਕ ਇਨਸਾਫ ਨੂੰ ਸੀਟਾਂ ਦੇ ਕੇ ਖੋਹ ਲਈਆਂ ਗਈਆਂ। ਇਹ ਪਤਾ ਨਹੀਂ ਤਰੀਕੇ ਇਨਸਾਫ ਨੂੰ ਚੀਜ਼ ਨੂੰ ਘੁੱਟ ਕੇ ਫੜਨ ਦੀ ਆਦਤ ਕਿਦੋਂ ਪਏਗੀ, ਇਹਦੇ ਕੋਲ ਖੋਹ ਕਿਉਂ ਲੈਂਦੇ ਨੇ। ਅਵਾਨ ਸਾਹਿਬ, ਅਸੀਂ ਸਿਆਸੀ ਨਜੂਮੀ ਨਹੀਂ ਆ, ਨਾ ਹੀ ਅਸੀਂ ਸਿਆਸੀ ਪੰਡਤ। ਮੈਂ ਪਾਕਿਸਤਾਨ ਦੇ 3-4 ਪ੍ਰਾਈਮ ਮਿਨਿਸਟਰ ਤੇ ਦੁਨੀਆ ਭਰ ਦੇ ਸਰਬਰਾਹਾਂ ਦੇ ਨਾਲ ਮੀਟਿੰਗ ਕੀਤੀਆਂ ਨੇ, ਮੋਹਤਰਮਾ ਦੀ ਰਿਪੋਰਟ ਦੇ ਬਿਹਾਫ ਤੇ ਫਿਰ ਇੱਥੋਂ ਦੀ ਮੁਕਾਮੀ ਗਵਰਨਮੈਂਟ, ਅਮਰੀਕਨ ਗਵਰਨਮੈਂਟ ਦੇ ਬਿਹਾਫ ਤੇ। ਔਰ ਜ਼ਰਦਾਰੀ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਪਤਾ ਨਹੀਂ ਕਿਨੇ ਪਹਿਲਾਂ ਮਰਨਾ ਹੈ, ਲੇਕਿਨ ਲੱਤਾਂ ਉਹਨਾਂ ਦੀਆਂ ਕਬਰ 'ਚ ਨੇ ਹਾਲੇ ਵੀ। ਯਾਨ ਵਾਲੀ ਉਹਨਾਂ ਨੂੰ ਨਹੀਂ ਭੁੱਲਦੀ ਪਈ ਕਿ ਮੈਂ ਪ੍ਰੈਜ਼ੀਡੈਂਟ 'ਚ ਆਵਾਂਗਾ ਤੇ ਫੇਰ ਹੀ ਆਏਗੀ ਉਹ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਡੇ ਨਾਲ ਇਸ ਵੇਲੇ ਨੇ ਕੈਨੇਡਾ ਤੋਂ ਮਤਲੂਬ ਵੜਾਇਚ ਸਾਹਿਬ, ਪੀਪਲਜ਼ ਪਾਰਟੀ ਦੇ ਜਾਲੇ ਰਹੇ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪਾਰਟੀ ਬਣਾਈ। ਤਾਹਿਰੁਲ ਕਾਦਰੀ ਸਾਹਿਬ ਦੇ ਪੋਲੀਟੀਕਲ ਸੈਕਟਰੀ ਵੀ ਰਹੇ। ਉਹਨਾਂ ਕੋਲ ਪੁੱਛਦੇ ਹਾਂ ਕਿ ਉਹਨਾਂ ਦਾ ਕੀ ਖਿਆਲ ਹੈ, ਦੂਰੋਂ ਦੇਖ ਕੇ, ਦੂਰੋਂ ਬੈਠ ਕੇ ਇਹਨਾਂ ਨੇ ਇੰਤਖਾਬ ਨੂੰ ਦੇਖਿਆ, ਇੰਤਖਾਬੀ ਨਤਾਇਜ ਨੂੰ ਦੇਖਿਆ, ਤਾਂ ਕਿਆ ਤੁਹਾਨੂੰ ਵੀ ਵੋਟ ਪਾਉਣ ਦਾ ਹੱਕ ਮਿਲਿਆ ਜਾਂ ਨਹੀਂ ਮਿਲਿਆ? ਜੀ ਜਨਾਬ ਮਤਲੂਬ ਵੜਾਇਚ ਸਾਹਿਬ, ਬਿਸਮਿਲ੍ਲਾ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਨਾਲ ਪਹਿਲਾਂ ਤੇ ਤੁਹਾਡੇ ਸਾਰੇ ਵੇਖਣ ਵਾਲੇ ਨਾਜ਼ਰੀਨ ਨੂੰ, ਤੁਹਾਡੇ ਸਾਰੇ ਜਿਹੜੇ ਤੁਹਾਡੇ ਮੈਂਬਰ ਨੇ ਇਸ ਟੀਵੀ ਦੇ ਇਹਨੂੰ ਵਾਚ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਅਸੀਂ ਉਹਨਾਂ ਦਾ ਵਕਤ ਲੈ ਕੇ ਤੇ ਅਸੀਂ ਉਹਨਾਂ ਨੂੰ ਕੁਝ ਇਨਫੋਰਮੇਸ਼ਨ ਉਹਨਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਦੂਸਰੀ ਗੱਲ ਹੈ ਕਿ ਓਵਰਸੀਜ਼ ਪਾਕਿਸਤਾਨੀ ਜਿਹੜੇ, ਮੈਂ ਗੱਲ ਸਿਰਫ ਓਵਰਸੀਜ਼ ਦੀ ਨਹੀਂ ਕਰਾਂਗਾ ਕਿਉਂਕਿ ਵਸੀਤ ਪਾਕਿਸਤਾਨੀ ਸਾਰੇ ਪਾਕਿਸਤਾਨ ਦੀ ਗੱਲ ਕਰਨਾ ਸਾਡੇ ਦੇ ਫਰਜ਼ ਹੈ। ਔਰ ਲੇਕਿਨ ਹੈ ਕਿ ਓਵਰਸੀਜ਼ ਪਾਕਿਸਤਾਨੀ ਨੂੰ ਸ਼ਾਇਦ ਤੁਹਾਡੇ ਇਲਮ 'ਚ ਕਿ ਵੋਟ ਦਾ ਹੱਕ ਦੇ ਕੇ ਖੋਹ ਲਿੱਤਾ ਗਿਆ। ਪਹਿਲਾਂ ਇਮਰਾਨ ਖਾਨ ਸਾਹਿਬ ਨੇ ਆਪਣੀ ਅੱਛਾ, ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਤਹਿਰੀਕ ਇਨਸਾਫ ਨੂੰ ਸੀਟਾਂ ਦੇ ਕੇ ਖੋਹ ਲਈਆਂ ਗਈਆਂ। ਜੀ ਬਿਲਕੁਲ ਜੀ ਜੀ। ਤੇ ਇਹ ਪਤਾ ਨਹੀਂ ਤਰੀਕੇ ਇਨਸਾਫ ਨੂੰ ਚੀਜ਼ ਨੂੰ ਘੁੱਟ ਕੇ ਫੜਨ ਦੀ ਆਦਤ ਕਿਦੋਂ ਪਏਗੀ, ਇਹਦੇ ਕੋਲ ਖੋਹ ਕਿਉਂ ਲੈਂਦੇ ਨੇ। ਅੱਛਾ ਜੀ, ਜੀ ਠੀਕ ਹੈ ਜੀ। ਇਸ ਵਾਸਤੇ ਕਿ ਆਪਣਾ ਹੱਕ ਲੈਣ ਵਾਸਤੇ ਨਾ ਜੀ ਕਦੀ ਕਦੀ ਤੁਹਾਨੂੰ ਕਲਮ ਦੀ ਬਜਾਏ ਜਿਹੜੇ ਨਾ ਕੋਈ ਹੋਰ ਚੀਜ਼ ਵੀ ਉਠਾਉਣੀ ਪੈਂਦੀ ਹੈ। ਅੱਛਾ ਜੀ। ਤੇ ਅਗਰ ਹੱਕ ਤੇ ਇਨਸਾਫ ਸਿਰਫ ਨਹੀਂ, ਕਲਮ ਦੀ ਬਜਾਏ ਫਿਰ ਚੌਧਰੀ ਸਾਹਿਬ, ਕਲਮ ਦੀ ਬਜਾਏ ਕੀ ਫਿਰ ਸਹੁੰ ਉਠਾਉਣੀ ਪੈਂਦੀ ਹੈ, ਕਸਮ ਉਠਾਉਣੀ ਪੈਂਦੀ ਹੈ। ਸਹੁੰ ਤੇ ਆਉਂਦੇ ਨੇ ਕਿ ਅਸੀਂ ਉਠਾ ਲਈਏ, ਉਹ ਸਾਨੂੰ ਲੈ ਜਦੋਂ ਵਾਹ ਕਰਦੇ ਨੇ ਤੇ ਥੋੜਾ ਜਿਹਾ ਤਸ਼ੱਦਦ ਅਖਲਾਕ ਨੂੰ ਥੋੜਾ ਜਿਹਾ ਕਰਦੇ ਨੇ। ਅੱਛਾ ਜੀ, ਪਤਾ ਵੀ ਕਰ ਸਕਦੇ। ਹਾਂਜੀ ਠੀਕ ਹੈ। ਤੇ ਉਹ ਤਸ਼ੱਦਦ ਦੇ ਵਿੱਚ ਜਿਹੜਾ ਨਾ ਉਹ ਆਵਾਮ ਮਨਾ ਲੈਂਦੇ ਨੇ। ਉਹ ਜਿਵੇਂ ਪੰਜਾਬੀ ਬੜਾ ਮਸ਼ਹੂਰ ਕਲੀਸ ਹੈ ਕਿ ਉਹ ਜਿਹੜਾ ਕੱਚਾ ਚੋਰ ਹੁੰਦਾ ਹੈ ਉਹ 40 ਚੋਰੀਆਂ ਆਲੇ ਦੁਆਲੇ ਦੇ ਪਿੰਡਾਂ ਦੀਆਂ ਵੀ ਮੰਨ ਜਾਂਦਾ ਹੈ। ਅੱਛਾ ਜੀ, ਜਦੋਂ ਫੜਿਆ ਜਾਂਦਾ। ਹਾਂਜੀ। ਤੇ ਇਹ ਫੌਜ ਨੂੰ, ਇਹ ਸਾਡੇ ਅਦਾਰਿਆਂ ਨੂੰ, ਸਾਡੇ ਐਸਟੈਬਲਿਸ਼ਮੈਂਟ ਨੂੰ, ਸਾਡੇ ਪਾਵਰ ਰੱਖਣ ਵਾਲੇ ਜਿਹੜੇ ਮਾਫੀਆ ਇੱਥੇ ਤਾਕਤ ਮਾਫੀਆ, ਉਹਨਾਂ ਕੋਲ ਬੜੇ ਗੁਰ ਨੇ ਬੰਦੇ ਨੂੰ। ਅੱਛਾ, ਅਸੀਂ ਗੱਲ ਕਰ ਰਹੇ ਸਾਂ ਓਵਰਸੀਜ਼ ਪਾਕਿਸਤਾਨੀਆਂ ਦੀ। ਇਮਰਾਨ ਖਾਨ ਸਾਹਿਬ ਨੇ ਆਪਣੇ ਦੌਰੇ ਵਿੱਚ ਇਹਨਾਂ ਨੂੰ ਇੱਕ ਕਾਨੂੰਨ ਪਾਸ ਕੀਤਾ ਜਿਹਦੇ ਤਹਿਤ ਓਵਰਸੀਜ਼ ਪਾਕਿਸਤਾਨੀਆਂ ਨੂੰ ਜਿਹੜਾ ਮਤਲਬ ਵੋਟ ਦਾ ਹੱਕ ਦੇ ਦਿੱਤਾ ਗਿਆ। ਔਰ ਉਹ ਹੱਕ ਜਿਹੜਾ ਓਵਰਸੀਜ਼ ਪਾਕਿਸਤਾਨੀਆਂ ਦੀ ਪਿਛਲੇ 75 ਸਾਲ ਤੋਂ ਡਿਮਾਂਡ ਸੀ ਜੀ। ਔਰ ਨਹੀਂ ਕੋਈ ਗਵਰਨਮੈਂਟ ਵੀ ਪਤਾ ਨਹੀਂ ਕਿਉਂ ਜਿਵੇਂ ਆਂਦੇ ਨੇ ਕਿ ਮਿੱਠੀ ਖਾਈ ਜਾਓ ਤੇ ਕੋਲੀ ਥੂ। ਇਸ ਤਰ੍ਹਾਂ
ਓਵਰਸੀਜ਼ ਦੇ ਘੱਲੇ ਜਿਹੜਾ 32 ਅਰਬ ਡਾਲਰ ਜੀ ਜਿਹੜਾ ਜ਼ਰਮੇ ਬਾਦਲਾ ਹੁੰਦਾ ਮਹਾਨਾ, ਹਾਂਜੀ ਉਹਨੂੰ ਤੇ ਪਾਕਿਸਤਾਨ ਬੜਾ ਚੁੰਮ ਕੇ ਤੇ ਉਹਨੂੰ ਸਲੂਟ ਵੀ ਮਾਰਦਾ ਹੈ। ਹਾਂਜੀ ਜਦਕਿ IMF ਕੋਲੋਂ ਹੁਣ ਇਹਨਾਂ 1.5 ਅਰਬ ਡਾਲਰ ਦੀ ਇੱਕ ਕਿਸ਼ਤ ਲੈਣੀ ਸੀ ਤੇ IMF ਦੇ ਡੈਲੀਗੇਟ ਜਿਹੜਾ ਆਇਆ ਸੀ ਉਹਦੇ ਪੈਰਾਂ ਦੇ ਤਲਵੇ ਵੀ ਚੱਟਣ ਨੂੰ ਤਿਆਰ ਹੋਏ ਸਨ। ਜੀ ਜੀ ਹਾਂਜੀ ਠੀਕ ਹੈ। ਹਾਂਜੀ ਤੇ ਓਵਰਸੀਜ਼ ਪਾਕਿਸਤਾਨ 1.5 ਅਰਬ ਨਹੀਂ 32 ਅਰਬ ਡਾਲਰ ਜੀ 32 ਬਿਲੀਅਨ ਡਾਲਰ ਜਿਹੜਾ ਪਾਕਿਸਤਾਨ ਨੂੰ ਮੈਂ ਵਾਅਦਾ ਕਰਦੇ ਜੀ ਤੇ ਉਹਨਾਂ ਨੂੰ ਵੋਟ ਦਾ ਹੱਕ ਨਹੀਂ ਦੇਣਾ। ਉਹ ਲਾਹੌਰ, ਗੁਜਰਾਲੇ, ਕਰਾਚੀ, ਕੋਇਟੇ, ਪਿਸ਼ਾਵਰ ਉਹ ਮਕਾਨ ਖਰੀਦ ਸਕਦਾ ਹੈ, ਦੁਕਾਨ ਖਰੀਦ ਸਕਦਾ ਹੈ, ਪ੍ਰਾਪਰਟੀ ਖਰੀਦ ਸਕਦਾ ਹੈ, ਲੇਕਿਨ ਉਹ ਵੋਟ ਨਹੀਂ ਪਾ ਸਕਦਾ ਉੱਥੇ। ਇਸ ਵਾਸਤੇ ਕਿ ਉਹਦਾ ਕਸੂਰ ਹੈ ਵੇ ਕਿ ਉਹਨੂੰ ਸ਼ੌਰ ਹੈ, ਉਹਨੂੰ ਉਹਦੇ ਸ਼ੌਰ ਤੋਂ ਡਰਦਿਆਂ ਹੋਇਆ ਹਕੂਮਤਾਂ ਨਹੀਂ ਚਾਹੁੰਦੀਆਂ ਕਿ ਜਿਹੜਾ ਬਾਹਰ ਪਾਕਿਸਤਾਨੀ ਚਲੇ ਜਾਂਦਾ ਹੈ, ਮੁਲਕ ਤੋਂ ਸਮੁੰਦਰ ਪਾਰ ਚਲੇ ਜਾਂਦਾ ਹੈ ਤੇ ਉਹਨੂੰ ਉੱਥੇ ਆਲੇ ਦੁਆਲੇ ਦੇ ਲੋਕਾਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਕੋਲੀਗ ਨੂੰ, ਆਪਣੇ ਜੌਬ ਕਲੀਗਸ ਨੂੰ ਵੇਖ ਕੇ ਤੇ ਉਹਨੂੰ ਸ਼ੌਰ ਆ ਜਾਂਦਾ ਤੇ ਉਸ ਸ਼ੌਰ ਦੀ ਵਜ੍ਹਾ ਤੋਂ ਉਹ ਫਿਰ ਪਾਕਿਸਤਾਨ ਤੋਂ ਜਿਹੜਾ ਉਹਨੂੰ ਨਹੀਂ ਨਾਪਸੰਦੀਦਾ ਹੋ ਜਾਂਦਾ। ਯਾਨੀ ਉਹ ਸਾਨੂੰ ਪੈਸੇ ਤੇ ਘੱਲੀ ਆ ਲੇਕਿਨ ਸਾਡੇ ਕੋਲ ਡਿਮਾਂਡ ਕੋ ਨਾ ਕਰ। ਈਵਨ ਕਿ ਓਵਰਸੀਜ਼ ਪਾਕਿਸਤਾਨੀ ਫਾਊਂਡੇਸ਼ਨ, ਪਾਕਿਸਤਾਨੀਆਂ ਦੀ ਜਿਹੜੀ ਗਵਰਨਮੈਂਟ ਨੇ ਬਣਾਈ ਹੈ ਇੱਥੇ ਰਹਿਨਮਾਈ ਵਾਸਤੇ ਮਹਿਕਮਾ ਬਣਾਇਆ, ਉਹ ਬਰਾਏ ਨਾਮ ਹਰ ਦਫਾ ਕਿਸੇ ਐਸੇ ਬੰਦੇ ਨੂੰ ਦੇ ਦਿੱਤਾ ਜਾਂਦਾ ਜਿਹੜਾ ਇਲੈਕਸ਼ਨ 'ਚ ਹਾਰਿਆ ਹੁੰਦਾ ਹੈ ਜਾਂ ਜਿਹਨੂੰ ਅਪਲਾਈ ਕਰਨਾ ਹੁੰਦਾ ਹੈ ਜਾਂ ਜਿਹਨੂੰ ਕੋਈ ਅਸੈਂਬਲੀ ਦੀ ਸੀਟ ਨਹੀਂ ਦੇ ਸਕਦੇ, ਉਹਨੂੰ ਉਹ ਮਹਿਕਮੇ ਦੀ ਚੇਅਰਮੈਨ ਦੇ ਦਿੰਦੇ ਨੇ ਤਾਂ ਕਿ ਉਹ ਆਪਣੀਆਂ 4 ਦਿਨ ਆਪਣੀਆਂ ਰੋਟੀਆਂ ਸਿੱਧੀਆਂ ਕਰ ਲਓ। ਜੀ ਠੀਕ ਹੈ। ਤੇ ਇਸ ਪਾਸੇ ਉਹ ਅਗਰ ਇਸ ਟਾਈਮ ਇੱਕ ਮੁਖਤਾਤ ਅੰਦਾਜ਼ੇ ਦੇ ਮੁਤਾਬਕ ਜਿਹੜਾ 1.5 ਕਰੋੜ ਪਾਕਿਸਤਾਨੀ ਜਿਹੜਾ ਮੁਲਕੋਂ ਬਾਹਰ ਹੈ, ਇਹ 1.5 ਕਰੋੜ ਪਾਕਿਸਤਾਨੀ ਜਿਹੜਾ ਅਗਰ ਸਿਰਫ 5 ਬੰਦਿਆਂ ਨੂੰ ਇੱਕ ਬੰਦਾ ਸਪੋਰਟ ਵੀ ਕਰੇ ਨਾ ਤੇ ਇਹ ਜਿਹੜਾ ਤਕਰੀਬਨ 6.5-7 ਕਰੋੜ ਬੰਦੇ ਨੂੰ ਇਹ ਸਪੋਰਟ ਕਰਦਾ। ਠੀਕ ਹੈ। ਤੇ ਇਹਦਾ ਮਤਲਬ ਹੈ 7.5 ਕਰੋੜ ਬੰਦੇ ਨੂੰ ਇਹ 1.5 ਕਰੋੜ ਬੰਦਾ ਬਾਲਗ ਹੈ, ਯਾਨੀ 18 ਸਾਲ ਜ਼ਿਆਦਾ ਹੈ, ਕੁਆਲੀਫਾਈਡ, ਸੈਟਲ ਹੈ। ਜੇ ਬੱਚੇ ਤੇ ਔਰਤਾਂ ਉਹ ਘਰੇਲੂ ਖਵਾਤੀਨ ਸ਼ਾਮਲ ਨਹੀਂ, ਇਹਨਾਂ 'ਚ ਉਹ ਬੰਦੇ ਦੇ ਕੰਮ ਕਰਦੇ ਨੇ ਜਿਹੜੇ ਸਕਿਲਡ ਨੇ ਜਾਂ ਜਿਹੜੇ ਕੁਆਲੀਫਾਈਡ, ਟੈਸਟੀਫਾਈਡ, ਡਿਪਲੋਮਾ ਹੋਲਡਰ, ਡਿਗਰੀ ਹੋਲਡਰ, ਔਰ ਇਸ ਤੋਂ ਇਲਾਵਾ ਉਹਨਾਂ ਮਾਸਟਰ ਕੀਤੇ ਨੇ। ਜੀ ਠੀਕ ਹੈ ਚੌਧਰੀ ਸਾਹਿਬ, ਤੁਹਾਡੀ ਗੱਲ ਦੀ ਸਮਝ ਆ ਗਈ। ਹੁਣ ਤੁਸੀਂ ਜ਼ਰਾ ਸਾਡੇ ਇਲੈਕਸ਼ਨ ਵਾਲੇ ਪਾਸੇ ਆ ਜਾਓ। ਜੀ ਤੁਹਾਡਾ ਇਲੈਕਸ਼ਨ ਜਿਹੜਾ ਨਾ ਜੀ, ਇਲੈਕਸ਼ਨ ਤੇ ਹੋਇਆ ਹੀ ਕੋਈ ਨਹੀਂ। ਨੂਨ ਵਾਲੇ ਆਂਦੇ ਨੇ ਕਿ 2018 ਚ ਸਿਲੈਕਸ਼ਨ ਹੋਈ ਸੀ। ਉਹ ਪਤਾ ਨਹੀਂ ਕਿਸ ਪੰਜਾਬ ਤੇ ਕਹਿੰਦੇ ਨੇ ਹਰ ਵਾਰੀ ਤੇ ਉਹਨਾਂ ਦੀ ਆਪਣੀ ਸਿਲੈਕਸ਼ਨ ਬੜੀ ਤਿਆਰੀ ਹੁੰਦੀ ਹੈ, ਜਦਕਿ ਪਹਿਲੀ ਦਫਾ 1982 ਦੇ ਵਿੱਚ ਮੌਸਮ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਇਕਤਦਾਰ ਚ ਆਏ ਤੇ ਉਦੋਂ ਪਹਿਲਾਂ ਉਹਨਾਂ ਦੀ ਸਿਆਸੀ ਹਾਲਤ ਇਹ ਸੀ ਕਿ ਉਹ ਬਲਦਿਆਤੀ ਇੰਤਖਾਬ ਚ ਆਪਣੇ ਹਲਕੇ ਤੋਂ ਤਰੀਕੇ ਇਸਤਕਲਾਲ ਦੀ ਸੀਟ ਜਿਹੜੀ ਉਹਨਾਂ ਨੂੰ ਮਿਲੀ ਟਿਕਟ ਬਲਦਿਆਤੀ ਇੰਤਖਾਬਾਤ ਦੇ ਵਿੱਚ, ਕੌਮੀ ਜਾਂ ਸਮਾਜੀ ਇੰਤਖਾਬਾਤ ਚ ਨਹੀਂ, ਉਹ ਯਾਨੀ ਬਲਦਿਆਤੀ ਇੰਤਖਾਬਾਤ, ਲੋਕਲ ਬਾਡੀ ਇੰਤਖਾਬਾਤ ਦੇ ਵਿੱਚ ਉਹ ਕੌਂਸਲਰ ਦੀ ਸੀਟ ਵੀ ਹਾਰ ਗਿਆ ਸਨ। ਠੀਕ ਹੈ। ਲੇਕਿਨ ਯਕਦਮ ਨਜ਼ਰੇ ਕਰਮ ਉਸ ਵਕਤ ਦੇ ਗਵਰਨਰ ਚਲਨੀ ਸਾਹਿਬ ਦੀ, ਜਿਨ੍ਹਾਂ ਦੇ ਨਾਂ ਤੇ ਹੁਣ ਉਹ ਪਾਰਕ ਬਣਾਤਾ ਨੇ ਅਸ਼ੋਕ ਗਰਾਊਂਡ ਵਾਲਾ, ਤੇ ਤੁਸੀਂ ਵੀ ਉੱਥੇ ਬੜੇ ਸ਼ੌਕ ਨਾਲ ਸੁਬਾਹ ਚਹਿਲ ਕਦਮੀ ਕਰਨ ਜਾਂਦੇ ਹੋ ਸ਼ਾਮ ਨੂੰ। ਉਸ ਸ਼ਾਮ ਨੂੰ ਜੀ ਉਸ ਗਿਲਾਨੀ ਸਾਹਿਬ ਨੂੰ ਇਹਨਾਂ
ਨੇ ਇਹਨਾਂ ਨੂੰ ਜਨਾਬ ਪਹਿਲੀ ਦਫਾ ਮੁਤਾਰਫ ਕਰਾਇਆ ਤੇ ਇਹਨਾਂ ਨੂੰ ਡਾਇਰੈਕਟਲੀ ਸੂਬਾਈ ਵਜ਼ੀਰ ਲਾਤਾ। ਠੀਕ ਹੈ, ਤੇ ਫਿਰ ਸੂਬਾਈ ਵਜ਼ੀਰ ਖਜ਼ਾਨਾ ਤੱਕ ਲਾਤਾ। ਉਸ ਖਜ਼ਾਨੇ ਨਾਲ ਕੋਈ ਤਲਕ ਨਹੀਂ ਸੀ, ਲੇਕਿਨ ਜਲਾਨੀ ਸਾਹਿਬ ਬੜਾ ਦੂਰ ਅੰਦੇਸ਼ ਗਵਰਨਰ ਸਨ ਤੇ ਜਨਰਲ ਵੀ ਹੈ ਸਨ ਉਹ, ਤੇ ਉਹ ਬੜੇ ਦੂਰ ਅੰਦੇਸ਼, ਉਹਨਾਂ ਨੂੰ ਪਤਾ ਸੀ ਕਿ ਇਸ ਬੰਦੇ ਨੂੰ ਖਜ਼ਾਨੇ ਤੇ ਬਿਠਾਉਣਾ ਬਹੁਤ ਮੌਜੂ ਹੈ, ਇਹ ਖਜ਼ਾਨਾ ਚਲਾਏਗਾ ਨਹੀਂ ਲੇਕਿਨ ਖਜ਼ਾਨਾ ਲੁੱਟ ਕੇ ਤੇ ਸਾਨੂੰ ਪਾਏਗਾ ਜ਼ਰੂਰ। ਹਾਂਜੀ, ਵਿਜ਼ਨ ਬੜਾ ਸੀ ਉਹਨਾਂ ਦਾ, ਵਿਜ਼ਨ ਬਹੁਤ ਸੀ ਗਿਲਾਨੀ ਸਾਹਿਬ ਦਾ। ਜੀ ਗਿਲਾਨੀ ਸਾਹਿਬ ਦਾ। ਤੇ ਉਸ ਤੋਂ ਬਾਅਦ ਜਨਾਬ ਇਹ ਹੋਇਆ ਕਿ ਹੁਣ ਅਸੀਂ ਮੌਜੂਦਾ ਇਲੈਕਸ਼ਨ ਦੇ ਪਹਿਲਾਂ ਜੋ ਕੁਝ ਹੋਇਆ ਔਰ ਉਹਦੇ ਦਰਮਿਆਨ ਜੋ ਕੁਝ ਹੁੰਦਾ ਰਿਹਾ ਉਹਦਾ ਤੇ ਅਸੀਂ ਆਵਾਮ ਅੱਜ ਆਪਣੇ ਨਾਜ਼ਰੀਨ ਨੂੰ ਦੱਸਦੇ ਹਾਂ, ਤੇ ਹੋਰ ਵੀ ਮੁਖਤਲਿਫ ਚੈਨਲ ਤੋਂ ਸਾਡੇ ਨਾਜ਼ਰੀਨ ਜਿਹੜੇ ਨੇ, ਪਾਕਿਸਤਾਨੀ ਆਵਾਮ ਜਿਹੜੇ ਨੇ, ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਲੇਕਿਨ ਅਸੀਂ ਅੱਜ ਆਪਣੇ ਨਾਜ਼ਰੀਨ ਨੂੰ ਉਹ ਵੀ ਦੱਸਾਂਗੇ ਕਿ ਇਸ ਤੋਂ ਬਾਅਦ ਜਿਹੜਾ ਹੈ ਉਹਨਾਂ ਨਾਲ ਕੀ ਹੋਣ ਵਾਲਾ ਹੈ। ਅੱਛਾ ਜੀ, ਠੀਕ ਹੈ। ਹਾਂਜੀ, ਅਸੀਂ ਜੋ ਹੋ ਗਿਆ ਉਹਦਾ ਤਾਂ ਪਤਾ, ਸਾਨੂੰ ਜੋ ਹੋ ਗਿਆ ਉਹਦਾ ਤਾਂ ਪਤਾ, ਜਿਹੜਾ ਸਾਡੇ ਨਾਲ ਹੋਣ ਵਾਲਾ ਉਹ ਤੁਸੀਂ ਦੱਸਣ ਲੱਗੇ ਹੋ। ਅਵਾਨ ਸਾਹਿਬ, ਅਸੀਂ ਸਿਆਸੀ ਨਜੂਮੀ ਨਹੀਂ ਆ, ਨਾ ਹੀ ਅਸੀਂ ਸਿਆਸੀ ਪੰਡਤ ਹਾਂ। ਅਸੀਂ ਸਿਆਸਤ ਦੇ ਤਾਲੁਮ ਜਿਹੜੇ ਹੁੰਦੇ ਆ ਨਾ ਜੀ, ਮੈਂ ਪਾਕਿਸਤਾਨ ਦੇ 3-4 ਪ੍ਰਾਈਮ ਮਿਨਿਸਟਰ ਤੇ ਦੁਨੀਆ ਭਰ ਦੇ ਸਰਬਰਾਹਾਂ ਦੇ ਨਾਲ ਮੀਟਿੰਗ ਕੀਤੀਆਂ ਨੇ, ਮੋਹਤਰਮਾ ਬੇਨਜ਼ੀਰ ਭੁੱਟੋ ਦੇ ਬਿਹਾਫ ਤੇ ਫਿਰ ਇੱਥੋਂ ਦੀ ਮੁਕਾਮੀ ਗਵਰਨਮੈਂਟ, ਅਮਰੀਕਨ ਗਵਰਨਮੈਂਟ ਦੇ ਬਿਹਾਫ ਤੇ, ਔਰ ਯੂਰਪ 'ਚ ਮੈਨੂੰ ਰਹਿੰਦਿਆਂ 40 ਸਾਲ ਹੋ ਗਏ ਨੇ। ਤੇ ਅਸੀਂ ਲਾਰਜ ਨੰਬਰ ਆਫ ਮੇਰੇ ਕੋਲ ਐਕਸਪੀਰੀਅੰਸ ਹੈ। ਅੱਛਾ, ਤੁਸੀਂ ਆਪਣੀ ਗੱਲ ਇੱਥੋਂ ਹੀ ਅੱਗੇ ਚਲਾਉਣਾ, ਥੋੜਾ ਜਿਹਾ ਸਾਨੂੰ ਦੱਸ ਦਿਓ ਕਿ ਸ਼ਮੌਨ ਪਰੀਤ ਨਾਲ ਵੀ ਤੁਹਾਡੀ ਮੁਲਾਕਾਤ ਹੋਈ ਸੀ, ਇਸਰਾਈਲੀ ਵਜ਼ੀਰ ਆਜ਼ਮ ਨਾਲ। ਜੀ, ਮੇਰੀ ਸ਼ਿਮਨ ਪੈਰਿਸ ਨਾਲ ਜਿਹੜੇ ਉਸ ਵਕਤ ਇਸਰਾਈਲ ਦੇ ਪ੍ਰਾਈਮ ਮਿਨਿਸਟਰ ਸਨ ਤੇ ਬਾਅਦ ਚੋਂ ਇਸਰਾਈਲ ਦੇ ਸਦਰ ਵੀ ਬਣੇ ਸਨ ਜੀ, ਮੇਰੀ ਉਹਨਾਂ ਨਾਲ ਮੁਤਅੱਦਦ ਮੁਲਾਕਾਤਾਂ ਹੁੰਦੀਆਂ ਰਹੀਆਂ ਨੇ। ਮੈਂ ਉਦੋਂ ਮੋਹਤਰਮਾ ਬੇਨਜ਼ੀਰ ਭੁੱਟੋ ਸ਼ਹੀਦ ਦਾ ਸਪੈਸ਼ਲ ਇਨਵਾਇਸ ਅਪੁਆਇੰਟ, ਉਹਨਾਂ ਦਾ ਖਸੂਸੀ ਅਪੁਆਇੰਟ ਹੋਇਆ ਸੀ। ਤੇ ਉਸ ਤੋਂ ਬਾਅਦ ਮੇਰੀ ਇਹ ਮੁਲਾਕਾਤ ਤੁਹਾਡੀ ਕੋਈ ਇਸਰਾਈਲ ਦੇ ਅੰਦਰ ਵੀ ਹੋਈ ਜਾਂ ਇਸਰਾਈਲ ਤੋਂ ਦੂਸਰੇ ਮੁਲਕਾਂ ਦੀ ਹੋਈਆਂ ਤੁਹਾਡੀਆਂ ਮੁਲਾਕਾਤਾਂ ਉਹਨਾਂ ਦੇ ਨਾਲ? ਇਹ ਕੁਝ ਜਿਹੜਾ ਚੀਜ਼ਾਂ ਨੇ, ਇਹ ਹਿੱਸਾ ਨੇ ਮਤਲਬ ਸੀਕ੍ਰੇਸੀ ਦਾ, ਉਹਦਾ ਮੈਂ ਇਹ ਨਹੀਂ ਦੱਸਣਾ ਤੁਸੀਂ। ਚਲੋ ਠੀਕ ਹੈ ਨਾ ਪਤਾ ਤੇ ਨਾਮ ਨਹੀਂ ਦੱਸ ਸਕਦਾ। ਹਾਂਜੀ, ਲੇਕਿਨ ਮੁੱਖ ਜਗ੍ਹਾ ਤੇ ਮਤਲਬ ਫਰਾਂਸ 'ਚ, ਲੰਡਨ 'ਚ, ਮੁਸਲਿਮ ਜਗ੍ਹਾ ਤੇ, ਈਵਨ ਕਿ ਉੱਥੇ ਟੋਨੀ ਬਲੇਅਰ ਉਸ ਟਾਈਮ ਪ੍ਰਾਈਮ ਮਿਨਿਸਟਰ ਸਨ ਇੰਗਲੈਂਡ ਦੇ, ਉਹਨਾਂ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ। ਟਰਕੀ ਦੇ ਉਸ ਵਕਤ ਦੇ ਸਰਬਰਾਹ ਸਨ, ਉਹਨਾਂ ਨਾਲ ਮੁਲਾਕਾਤਾਂ ਹੋਈਆਂ। ਹਾਂਜੀ, ਚਲੋ ਹੁਣ ਅਸੀਂ ਅਸਲ ਮੌਜੂ ਤੇ ਆ ਜਾਂਦੇ ਕਿ ਤੁਸੀਂ ਬੇਨਜ਼ੀਰ ਭੁੱਟੋ ਨੂੰ ਵਾਈਟ ਹਾਊਸ ਵੀ ਲੈ ਗਏ ਸੀ, ਉਹ ਫਿਰ ਕਿਧਰੇ ਇਨਸ਼ਾਅੱਲਾ। ਤੇ ਹੁਣ ਤੁਸੀਂ ਚਲੋ ਆ ਜਿਹੜਾ ਇਲੈਕਸ਼ਨ ਤੁਸੀਂ ਦੱਸਣ ਲੱਗੇ ਸੀਗੇ ਕਿ ਹੁਣ ਕੀ ਸਾਡੇ ਨਾਲ ਹੋਣ ਲੱਗਾ ਪਾਕਿਸਤਾਨੀਆਂ ਨਾਲ। ਆਪਣੇ ਵੇਖਣ ਵਾਲਿਆਂ ਨੂੰ ਤੇ ਇਸ ਟਾਈਮ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਸੀ ਇਸ ਇੰਨੇ ਆਲਾ ਪਾਏ ਦੇ ਤਜਰਬਾਤ ਦੀ ਰੋਸ਼ਨੀ 'ਚ ਮੈਂ ਚੀਜ਼ ਨੂੰ ਇਸ ਤੋਂ ਤਜਜ਼ੀਆ ਕਰਨਾ ਕਿ ਪਾਕਿਸਤਾਨ ਦੇ ਹਾਲਾਤ, ਮਾਸ਼ੀ ਹਾਲਾਤ ਵਿਗੜਨਗੇ ਕਿਉਂਕਿ ਕੋਈ ਯੂਰਪੀਅਨ ਯੂਨੀਅਨ ਨੇ ਪਾਕਿਸਤਾਨ ਦੇ ਇਲੈਕਸ਼ਨ ਤੇ ਨਾਲ ਉਂਗਲੀ ਨਹੀਂ, ਥੱਪੜ ਉਠਾ ਦਿੱਤਾ। ਉਂਗਲੀ ਨਹੀਂ ਉਠਾਈ, ਪੂਰਾ ਥੱਪੜ ਤੇ ਉਠਾ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਪਾਕਿਸਤਾਨ ਦੇ ਮੌਜੂਦਾ ਰਜੀਮ ਦੇ ਤਹਿਤ, ਮੌਜੂਦਾ ਮਿਲਟਰੀ ਰਜੀਮ ਦੇ ਤਹਿਤ ਜਿਹੜੇ ਹੈ ਇੰਤਖਾਬਾਤ ਹੋਏ ਨੇ, ਅਸੀਂ ਇਹਨਾਂ ਨੂੰ ਤਸਲੀਮ ਨਹੀਂ ਕਰਦੇ। ਯੂਰਪੀਅਨ ਦੇ ਵਜ਼ੀਰ ਖਾਰਜਾ ਨੇ, ਯੂਰਪੀਅਨ ਯੂਨੀਅਨ ਪਾਰਲੀਮੈਂਟ ਦੇ ਫਾਰਨ ਅਫੇਅਰ ਦਾ ਜਿਹੜਾ ਵਜ਼ੀਰ ਹੈ, ਉਹਨੇ ਕਹਿਤਾ ਸਟੇਟਮੈਂਟ ਦਿੱਤੀ ਹੈ। ਉਸ ਤੋਂ ਇਲਾਵਾ ਯੂਕੇ ਦਾ ਜਿਹੜਾ ਫਾਰਨ ਅਫੇਅਰ ਦਾ ਸੈਕਟਰੀ ਹੈ, ਉਹਨੇ ਵੀ ਸੇਮ ਸਟੇਟਮੈਂਟ, ਇਸ ਤੋਂ
सख्त स्टेटमेंट जारी की, जबकि जिहड़ा अमेरिकन फॉरेन अफेयर का सैकटरी है स्पोक पर्सन मिस्टर पटेल, उन्हें बहुत ही जबरदस्त और बड़ी सख्त किस्म की वार्निंग पाकिस्तान इशू की है कि असी पाकिस्तान का, उन्हें कहा कि असी पाकिस्तान का साथ देंगे, पाकिस्तान साडा अलाई है, लेकिन इसका यह मतलब नहीं कि वो जमहूरी इकतदार नूं कमाल करे उस कौम दे विच कि उस साडा पालिया बदमाश है ते हुण अवाम दे नाल नालबाज सलूक रखे। ते तुसीं साडे जिहड़े ने सरबराह खान जिहड़े ने साडे ताकतवर हकल जिहड़े ने वो जदों अमरीका रूस चीन सऊदी अरब या तुर्की तक एक दा नाल लग जांदे ना ते वो फिर अपने ऐ समझण लग पैंदे ने कि साडी उन्हां नाल गल हो गई है। अच्छा जी, ठीक है, हाँ जी, गल नहीं होती है। वो लोकी आप ही जमहूरी तरीके नाल मुंतखब होके इलैक्ट होके आउंदे ने, वो चाहते ने कि कम से कम जिहड़ा अवाम नूं मुंतखब करन दा जिहड़ा अमल है वो ते जमहूरी होवे, ठीक है जी, जिहड़ा कि पाकिस्तान नहीं अनफॉर्चुनेटली नहीं होंदा पिछले 75 साल तो जी। ਤੇ ਉਸ ਤੋਂ ਬਾਅਦ ਉਹ ਜਿਹੜੀਆਂ ਮਾਸ਼ੀ ਪਾਬੰਦੀਆਂ ਇਸ ਸੂਰਤ ਦੇ ਵਿੱਚ ਪਾਕਿਸਤਾਨ ਤੇ ਲੱਗਣਗੀਆਂ ਜਿਹੜੀਆਂ ਹੋਰ ਵੀ ਮੁਲਕਾਂ ਤੇ ਲੱਗਦੀਆਂ ਨੇ ਜਿਸੇ ਡਾਊਟ ਹੁੰਦਾ ਹੈ ਕਿ ਇਲੈਕਸ਼ਨ ਸਹੀ ਨਹੀਂ ਹੋਏ, ਜਿਸ ਤਰ੍ਹਾਂ ਕਿ ਹੁਣ ਬੰਗਲਾਦੇਸ਼ 'ਚ ਵੀ ਜਿਹੜੇ ਉਹ ਪਾਕਿਸਤਾਨ ਦੀ ਤਰਫ ਤੇ ਇਲੈਕਸ਼ਨ ਹੋਏ ਨੇ ਉਸ ਤੋਂ ਪਹਿਲੇ ਉਹਨਾਂ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਹੈ ਉਸ ਰਿਜ਼ਲਟ ਨੂੰ ਵੇਖ ਕੇ ਤੇ यूरोपियन यूनियन ने भी अमेरिकन स्टेट डिपार्टमेंट ने भी इवन के सारे ਉਹਦੇ ਅਲਾਈ ਜਿਹੜੇ ਕੰਟਰੀਜ਼ ਨੇ ਬੰਗਲਾਦੇਸ਼ ਦੇ ਉਹ ਆਖਿਆ ਹੈ ਕਿ ਅਸੀਂ ਜਿਹੜਾ ਹੈ ਬੰਗਲਾਦੇਸ਼ ਦੇ ਖਿਲਾਫ ਜਿਹੜਾ ਅਸੀਂ ਤਜਾਰਤੀ ਔਰ ਇਕਤਸਾਦੀ ਪਾਬੰਦੀਆਂ ਲਾਵਾਂਗੇ ਜੀ, ਔਰ ਬੰਗਲਾਦੇਸ਼ ਟੋਟਲ ਇਸ ਟਾਈਮ ਜਿਹੜੇ ਸਰਵਾਈਵ ਕਰਦਾ ਪਿਆ ਉਹ ਯਾਨੀ ਪਾਕਿਸਤਾਨ ਤੋਂ ਬਹੁਤ ਬਿਹਤਰ ਤਰੀਕੇ ਨਾਲ ਕਰ ਰਿਹਾ ਹੈ ਜੀ, लेकिन उस बांग्लादेश की सरवाइव का जरा दारो मदार है वो सारा ही जरा एक्सपोर्ट से यानी एक्सपोर्ट करता है। ते इस तो बाद जो बांग्लादेश से पाबंदियां लगन ते बांग्लादेश ईरान नहीं, बांग्लादेश तो तेल नहीं निकलता, ਪਾਕਿਸਤਾਨ ਤੋਂ ਇੰਨਾ ਜ਼ਿਆਦਾ ਤੇਲ ਨਿਕਲਦਾ ਕਿ ਅਸੀਂ ਖੁਦ ਸਰਵਾਈਵ ਕਰ ਸਕਦੇ। ਅੱਛਾ, ਹੁਣ ਤੁਸੀਂ ਇਹ ਜਿਹੜਾ ਦੱਸਿਆ ਇਹ ਸੂਰਤ 'ਚ ਹੋ ਰਿਹਾ ਕਿ ਅਮਰੀਕਾ ਨੇ ਵੀ ਕਿਹਾ, ਬਰਤਾਨੀਆ ਨੇ ਕਿਹਾ, ਯੂਰਪੀ ਯੂਨੀਅਨ ਨੇ ਕਿਹਾ, ਔਰ ਕਾਮਨਵੈਲਥ ਦਾ ਵਫਦ ਆਇਆ ਸੀ ਉਹਨੇ ਵੀ ਤਕਰੀਬਨ ਇਹੋ ਜਿਹੀਆਂ ਗੱਲਾਂ ਕੀਤੀਆਂ। ਇਹ ਤੁਹਾਡਾ ਤਜਜ਼ੀਆ ਕਿ ਪਾਕਿਸਤਾਨ ਲਈ ਮੁਸ਼ਕਲਾਤ ਪੈਦਾ ਹੋ ਸਕਦੀਆਂ। ਤੁਸੀਂ ਹੁਣ ਸਾਨੂੰ ਇਹ ਦੱਸੋ ਕਿ ਉਹਨਾਂ ਕੋਲ ਕੀ ਇਤਲਾਹ ਪਹੁੰਚੀ, ਤੁਹਾਡੀ ਕੀ ਇਤਲਾਹ ਕਿ ਇੰਤਖਾਬਾਤ ਕਿਹੋ ਜਿਹੇ ਹੋਏ ਆ? ਜੀ ਇਹ ਤੇ मतलब हर चीज या रोशन की तरह जिस तरह कहते हैं कि दिन दे उजाले में सब कुछ होया है लोगों के सामने, फिर रात के अंधेरे में जो कुछ होया है वो भी तुहाडे सामने में जी जी, और मेरे तुहाडे आखण नाल ते अवान साहब कोई फर्क नहीं पैंदा जी, क्योंकि उन्हां जिहड़ा वीडियो क्लिप्स एविडेंस ने सबूत ने उस तो बाद जड़ियां फुटेज ने कैमरा फुटेज ने उस तो बाद जड़ियां ऑडियो फुटेज ने जेड़े वो पेपर ओदे ते देखो ना। आज एक सुबह साडे इत्थों दा मुकामी कैनेडियन मशहूर जड़ा एंकर है वो अपने टॉक शो च कह रहा सी सुबह दे टॉक शो च कि पाकिस्तान च एक हल्का नवाज शरीफ साहब का 103 हल्के दे विच हुण तक इलैक्शन सेम इलैक्शन कमीशन 3 दफा 3 मुख्तलिफ जिहड़ा इलैक्शन रिजल्ट इशू कर चुके हैं। हाँ जी, फार्म 47 जिन्हों कहते हैं 47 फार्म, पहला फार्म 45 फिर उस तो बाद फार्म 47, फिर जो वेख्या फार्म 47 च गलतियां ने ते उन्होंने अपने दिलों ठीक किया ते स्टिल ਉਹਦੇ ਚ ਇੰਨੀਆਂ ਗਲਤੀਆਂ ਨੇ ਕਿ ਪਹਿਲਾਂ ਉਹਦੇ ਚ ਲਿਖਿਆ ਸੀ ਕਿ ਜਮਾਤ ਇਸਲਾਮੀ ਦਾ ਉੱਥੇ ਜਿਹੜਾ ਕੈਂਡੀਡੇਟ ਹੈ ਉਹਦਾ 0 ਵੋਟ ਨਿਕਲਿਆ, ਯਾਨੀ ਉਹਨੂੰ ਉਹਦੇ ਘਰਦਿਆਂ ਵੀ ਵੋਟ ਨਹੀਂ ਪਾਇਆ ਤੇ ਫਿਰ ਉੱਥੇ
ਉਸ ਉਹਨੂੰ ਜਦੋਂ ਬਹੁਤ ਜ਼ਿਆਦਾ ਗੱਲ ਹੋਣ ਲੱਗ ਪਈ, ਆਲਮੀ ਮੀਡੀਆ 'ਚ ਆ ਗਈ, ਤੇ ਉਸ ਫਾਰਮ ਨੂੰ ਚੇਂਜ ਕਰ ਦਿੱਤਾ ਗਿਆ ਤੇ ਉਹਦੀ ਜਗ੍ਹਾ ਫਿਰ ਲਿਖਿਆ ਗਿਆ ਕਿ ਜੀ ਉਹਨੇ 3600 ਵੋਟ ਲਿਆ, ਜਦਕਿ ਉਹਦੇ ਕੋਲ ਫਾਰਮ 45 ਮੌਜੂਦ ਹੈ ਜਿੱਥੇ ਲਿਖਿਆ ਹੈ ਕਿ ਮੈਨੂੰ ਜਿਹੜਾ 15,000 ਵੋਟ ਪਿਆ। ਜੀ ਠੀਕ ਹੈ, ਹਾਂਜੀ। ਫਾਰਮ 45 ਦਾ ਮਤਲਬ ਇਹ ਨਹੀਂ ਕਿ ਬੰਦਾ ਆਪਣੀ ਨੂੰ ਕ੍ਰੀਏਟ ਕਰ ਲੈਂਦਾ, ਆਪਣੇ ਕੋਲੋਂ ਬਣਾ ਲੈਂਦਾ। ਫਾਰਮ 45 ਤੇ ਜਿੰਨੇ ਕੈਂਡੀਡੇਟ ਉਸ ਹਲਕੇ 'ਚ ਹੁੰਦੇ ਨੇ ਉਹਨਾਂ ਸਾਰਿਆਂ ਦੇ ਆਪਣੇ ਜਾਂ ਉਹਨਾਂ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਉੱਥੇ ਨੁਮਾਇੰਦਗੀ ਕਰ ਰਹੇ ਹੁੰਦੇ ਨੇ ਉਹਦੇ ਯਾਨੀ ਉਹਦੇ ਏਜੰਟ ਦੇ ਉੱਤੇ ਸਾਈਨ ਮੌਜੂਦ ਹੁੰਦੇ ਨੇ, ਤਾਂ ਫਾਰਮ 45 ਇਸ਼ੂ। ਤੇ ਉਹ ਫਾਰਮ 45 ਜਿਹੜਾ ਹੈ ਉਹ ਫਾਰਮ 47 ਜਿਹੜਾ ਹੈ ਫਾਰਮ 45 ਦੇ ਇਕੱਠਾ ਕਰਕੇ ਉਹਨੂੰ ਕੰਪਾਇਲ ਕਰਕੇ ਤੇ ਫਿਰ ਜੋ ਇਲੈਕਸ਼ਨ ਕਮਿਸ਼ਨ ਮਰਕਜ਼ੀ ਇਲੈਕਸ਼ਨ ਕਮਿਸ਼ਨ ਨੂੰ ਭੇਜਿਆ ਜਾਂਦਾ ਤੇ ਫਾਰਮ 47 ਉੱਥੇ ਬਣਦਾ ਉਹਨੂੰ ਵੇਖ ਕੇ। ਇਹ ਇੰਝ ਹੈ ਕਿ ਜੇ ਤੁਸੀਂ ਪਹਿਲਾਂ ਮੈਟ੍ਰਿਕ ਕਰਨਾ ਹੈ ਫਿਰ ਤੁਸੀਂ BA MA ਕਰਨਾ ਹੈ, ਤੁਸੀਂ ਪਹਿਲਾਂ MA ਕਰਕੇ ਤੇ ਫਿਰ BA ਤੇ ਮੈਟ੍ਰਿਕ ਨਹੀਂ ਕਰਦੇ। ਠੀਕ ਹੈ, ਇਸ ਤਰ੍ਹਾਂ ਯਾਨੀ ਉਹ ਦੁਨੀਆ ਨੂੰ ਐਸੇ ਸਬੂਤ ਫਿਰ ਸਾਰਿਆਂ ਨਾਲੋਂ ਵੱਡੀ ਗੱਲ ਤੇ ਆਵੇ ਕਿ ਮੇਰੇ ਇੱਕ ਦੋਸਤ ਨੇ ਬਲੋਚਿਸਤਾਨ ਦੇ ਬੜੇ ਵੱਡੇ ਰਹਿਨੁਮਾ ਸਿਆਸੀ ਰਹਿਨੁਮਾ ਜਿਹੜੇ ਕਿ ਨਵਾਬ ਅਸਲਮ ਰਸਾਨੀ ਉੱਥੋਂ ਪਹਿਲਾਂ ਵਜ਼ੀਰੇ ਆਲਾ ਵੀ ਸਨ ਬਲੋਚਿਸਤਾਨ ਦੇ, ਉਹਨਾਂ ਦੇ ਛੋਟੇ ਭਾਈ ਨੇ, ਤੇ ਉਹ ਸਾਡੇ ਪੀਪਲ ਪਾਰਟੀ ਸਾਡੇ ਨਾਲ ਇਕੱਠਾ ਉਹਨਾਂ ਕੰਮ ਕੀਤਾ ਤੇ ਉਹ ਉਦੋਂ ਪੀਪਲ ਪਾਰਟੀ ਸਨ ਤੇ ਹੁਣ ਇਸ ਟਾਈਮ ਮੌਜੂਦਾ ਸੈਨੇਟਰ ਸਨ ਨੂਨ ਲੀਗ ਦੀ ਤਰਫੋਂ। ਉਹ ਵੀ ਐਮਐਲਏ ਦੀ ਸੀਟ ਤੇ ਕੰਟੈਸਟ ਕਰ ਰਹੇ ਸਨ ਕੋਇਟੇ ਤੋਂ, ਤੇ ਉਹਨਾਂ ਨੂੰ ਉਹ ਥੋੜੇ ਜਿਹੇ ਵੋਟਾਂ ਤੋਂ ਪਿੱਛੇ ਸਨ ਤੇ ਉਹਨਾਂ ਨੂੰ ਮਰਕਜ਼ੀ ਕਿਆਦਤ ਨੂਨ ਲੀਗ ਨੇ ਉਹਨਾਂ ਨਾਲ ਰਾਬਤਾ ਕਰਕੇ ਤੇ ਉਹਨਾਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਇੱਥੋਂ ਜਿਤਾ ਦੇਣੇ ਆ ਤੇ ਤੁਸੀਂ ਫਿਕਰ ਨਾ ਕਰੋ ਤੇ ਬਸ ਅਗਲੇ 10 ਮਿੰਟ 'ਚ ਤੁਹਾਡੇ ਕੋਲ ਰਿਜ਼ਲਟ ਪਹੁੰਚ ਜਾਏਗਾ। ਉਹਨਾਂ ਸਖਤੀ ਨਾਲ ਮਨਾ ਕਰਤਾ ਕਿਉਂਕਿ ਉਹ ਬਲੋਚ ਲੋਕ ਨਹੀਂ, ਇਸ਼ਤਾ ਵਾਲੇ ਲੋਕ ਨੇ, ਉਹ ਥੋੜੀ ਇਕਦਾਰ ਵਾਲੇ ਲੋਕ ਨੇ। ਉਹ ਇੰਝ ਨਹੀਂ ਕਿ ਉੱਠ ਕੇ ਥੋੜੇ ਜਿਹੇ ਰੁਪਏ ਚੰਦ ਮਹੀਨਿਆਂ ਦੀ, ਜਿਵੇਂ ਲਾਹੌਰ ਤੋਂ ਉਹਨੇ ਹਲਕਾ 121 ਤੋਂ ਜਿਹੜਾ ਵਸੀਮ ਕਾਦਰ ਨੇ ਚਬਲ ਮਾਰ ਲਈਏ ਯਾਰ ਪਤਾ ਨਹੀਂ 4 ਦਿਨਾਂ ਦੀ ਜ਼ਿੰਦਗੀ ਤੇ ਉਹਦੇ 4 ਦਿਨਾਂ ਚ ਵੀ ਤੈਨੂੰ ਪਤਾ ਨਹੀਂ ਚੰਦ ਘੰਟਿਆਂ ਦਾ ਵੀ ਇਕਤਦਾਰ ਹੈ ਕਿ ਨਹੀਂ। ਉਹਦੇ ਆਸਤੇ ਤੋਂ ਆਪਣੀ ਦੁਨੀਆ ਵੀ ਖਰਾਬ ਕਰ ਰਹੀ, ਆਕਬਤ ਵੀ ਖਰਾਬ ਕਰ ਰਹੀ। ਹੁਣ ਤੇਰੇ ਕੋਲ ਅਰਬਾਂ ਰੁਪਏ ਵੀ ਉਸ ਵਸੀਮ ਕਾਦਰ ਕੋਲ ਆ ਜਾਣਗੇ ਤੇ ਕਿਆ ਉਹਦੇ ਬੱਚਿਆਂ ਨੂੰ ਸਮਾਜ ਦੇ ਵਿੱਚ ਮਾਸ਼ਰੇ ਦੇ ਵਿੱਚ ਉਹਦੇ ਬੱਚਿਆਂ ਦੀ ਕੋਈ ਇੱਜ਼ਤ ਹੋਏਗੀ? ਠੀਕ ਹੈ, ਲਿਹਾਜ਼ਾ ਉਹ ਰਸਾਨੀ ਸਾਹਿਬ ਨੇ ਜਵਾਬ ਦੇ ਦਿੱਤਾ। ਇਸ ਤਰ੍ਹਾਂ ਹੀ ਇੱਕ ਹੋਰ ਕੈਂਡੀਡੇਟ ਨੇ ਵੇਦ ਲੋਨ ਸਾਹਿਬ, ਉਹਨਾਂ ਵੀ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਤੇ ਬਲਕਿ ਉਹਨਾਂ ਜਿੱਤੇ ਦਾ ਨੋਟੀਫਿਕੇਸ਼ਨ ਹੋਇਆ, ਉਹਨਾਂ ਕਹਿੰਦੇ ਮੇਰਾ ਹੱਕ ਨਹੀਂ ਹੈ। ਠੀਕ ਹੈ, ਜਮਾਤ ਇਸਲਾਮੀ ਦੇ ਹਾਫਿਜ਼ ਨਈਮ ਨੇ ਵੀ ਇਹੀ ਕੀਤਾ ਜੀ, ਉਹਨੇ ਵੀ ਉਹ ਸੀਟ ਛੋੜ ਦਿੱਤੀ, ਉਹਦਾ ਵੀ ਨੋਟੀਫਿਕੇਸ਼ਨ ਹੋ ਗਿਆ ਸੀ। ਅੱਛਾ ਹਾਂਜੀ ਜੀ। ਤੇ ਇਹ ਅਵਾਨ ਸਾਹਿਬ ਇੰਨੇ ਸਾਰੇ ਸਬੂਤਾਂ ਦੇ ਵਿੱਚ ਹੁਣ ਤੇ ਸਬੂਤਾਂ ਨੂੰ ਤੇ ਕੋਈ ਸਬੂਤ ਨਹੀਂ ਨਾ ਚਾਹੀਦਾ ਹੁੰਦਾ। ਜੀ ਠੀਕ ਹੈ ਜੀ। ਇੰਨੇ ਸਬੂਤਾਂ ਦੇ ਬਾਵਜੂਦ ਵੀ ਹੁਣ ਤੇ ਫਿਰ ਉਸ ਤੋਂ ਅੱਗੇ ਫਿਰ ਹੁਜਤਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਆਟਾ ਗੁੰਦੀ ਹਿਲਦੀ ਕਿਉਂ ਹੈ ਤੇ ਇਹੋ ਜਿਹੀਆਂ। ਵਰਨਾ ਸਬੂਤ ਤੇ ਹੁਣ ਫੈਸਲਾ ਕਰਨਾ ਤੇ ਜੱਜ ਨੂੰ ਜਿਹੜੇ ਸਬੂਤ ਦਰਕਾਰ ਨੇ ਜਾਂ ਮੁਨਸਫ ਨੂੰ ਜਾਂ ਕਾਦੀ ਨੂੰ ਜਿਹੜੇ ਸਬੂਤ ਦਰਕਾਰ ਨੇ ਉਹ ਤੇ ਆਨ ਦਾ ਟੇਬਲ ਨੇ। ਠੀਕ ਹੈ, ਤੇ ਹੁਣ ਇਹਨਾਂ ਨੂੰ ਮੇਰੇ ਖਿਆਲ 'ਚ ਫੌਰੀ ਤੌਰ ਤੇ ਅੱਛਾ ਤੁਸੀਂ ਅੱਗੇ ਮੈਂ ਤੁਹਾਨੂੰ ਇੱਕ ਪਾਕਿਸਤਾਨ ਦੀ ਮਾਸ਼ੀ ਪੋਜੀਸ਼ਨ ਦੱਸੀਏ ਕਿ ਮਾਸ਼ੀ ਅਕਵਾਮ ਮੁਤਹਦਾ ਯੂਰਪੀਅਨ ਯੂਨੀਅਨ ਉਸ ਤੋਂ ਇਲਾਵਾ ਜਿਹੜਾ ਏਸ਼ੀਅਨ ਕਾਉਂਸਲ ਹੈ, ਉਸ ਤੋਂ ਬਾਅਦ ਜਿਹੜੀ ਪਾਕਿਸਤਾਨ ਯਾਨੀ ਜਿੰਨੀਆਂ ਵੀ ਵਰਲਡ ਆਰਗੇਨਾਈਜੇਸ਼ਨਾਂ ਦਾ ਮੈਂਬਰ ਹੈ ਉਹ ਪਾਕਿਸਤਾਨ ਤੇ ਮਾਸ਼ੀ ਪਾਬੰਦੀਆਂ ਤੇ ਲਾਉਣਗੇ।
ਕਿਉਂਕਿ ਉਹਨਾਂ ਨੂੰ ਪਾਕਿਸਤਾਨ ਦੇ ਆਵਾਮ ਨਾਲ ਪਿਆਰ ਹੈ, ਉਹਨਾਂ ਨੂੰ ਰਾਇਮੰਡ ਦੇ ਬਾਬੂ ਨਾਲ, ਜਾਂ ਅੱਜ ਕੋਈ ਬੰਦਾ 4 ਸਟਾਰ ਜਨਰਲ ਬਣ ਕੇ ਬੈਠਾ ਹੈ ਤੇ ਉਹ 2 ਸਾਲ ਬਾਅਦ ਨਹੀਂ, 2 ਸਾਲ ਬਾਅਦ ਅਗਰ ਹੈ ਤੇ ਇਨਸ਼ਾਅੱਲਾ ਤਾਲਾ ਉਹ ਪਾਕਿਸਤਾਨ ਦਾ ਨਾਂ ਹੈ, ਉੱਥੇ ਪਾਕਿਸਤਾਨ ਦਾ ਨਾਂ ਪਾਕਿਸਤਾਨ ਦੀ ਆਵਾਮ ਨਾਲ ਹੈ, 25 ਕਰੋੜ ਆਵਾਮ ਨਾਲ ਹੈ। ਠੀਕ ਹੈ, ਇਹ ਜਿਹੜੇ ਯੂਰਪੀਅਨ ਲੋਕ ਨੇ ਇਹਨਾਂ 'ਚ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ, ਇਹ ਤੇ ਮਾਂ ਬੇਟਾ ਇਕੱਠੇ ਜਾਂ ਪਿਓ ਧੀ ਇਕੱਠੇ ਬਾਜ਼ਾਰ ਚਾਹ ਪੀਣ ਜਾਣ ਨਾ ਤੇ ਦੋਵੇਂ ਆਪਣਾ ਬਿੱਲ ਅਲੱਗ ਦਿੰਦੇ ਨੇ। ਠੀਕ ਹੈ, ਤੇ ਅਸੀਂ ਪਾकिस्तान की फौरी तौर पे आने कि जनाब वो अरब जो है वो नवाज शरीफ साहब के जाती दोस्त हैं, वो तुर्क जो है रजब अर्दोगान वो नवाज शरीफ साहब के या वो शहबाज शरीफ साहब के जाती दोस्त हैं। इंटरनेशनल दोस्तियां जाती नहीं होंदियां, वो मुल्कां नाल होंदियां ने, वो मफादात ਦੀਆਂ ਦੋਸਤੀਆਂ ਹੁੰਦੀਆਂ ਨੇ ਜਿਹਨੂੰ ਕਿ ਸਾਡੇ ਹੁਕਮਰਾਨ ਭੁੱਲ ਜਾਂਦੇ ਨੇ। ਚੌਧਰੀ ਸਾਹਿਬ ਸਾਨੂੰ ਇਹ ਦੱਸੋ ਕਿ ਸੈਟਅਪ ਕਿੰਨੀ ਦੇਰ ਚੱਲੇਗਾ ਜਿਹੜਾ ਕਿ ਆ ਰਿਹਾ ਅੱਗੇ, ਕੋਈ ਇਤਿਹਾਦ ਹੋ ਰਿਹਾ ਮੁਸਲਿਮ ਲੀਗ ਨੂੰ ਹੁੰਦਾ ਪੀਪਲਜ਼ ਪਾਰਟੀ ਦਾ? ਇਹ ਆਖਰੀ ਇੱਕ ਸਵਾਲ ਤੁਸੀਂ ਸਮਝੋ, ਫਿਰ ਲੰਬਾ ਹੋ ਜਾਏਗਾ ਵੀ ਲਾ ਕੇ ਫਿਰ। ਹਾਂਜੀ ਜੀ ਮੈਂ ਤੁਹਾਨੂੰ ਦੱਸਦਾ ਕਿ ਇਹ ਤੇ ਅੱਲਾਹ ਰੱਬੁਲ ਇੱਜ਼ਤ ਦੀ ਜ਼ਾਤ ਬਾਦੀ ਤਾਲਾ ਨੂੰ ਪਤਾ ਹੈ ਕਿ ਇਸ ਦੀ ਉਮਰ ਕਿੰਨੀ ਹੁੰਦੀ ਹੈ, ਕਿਉਂਕਿ ਇਹਦੀ ਏਜ ਕਿੰਨੀ ਹੁੰਦੀ ਹੈ, ਕਿਉਂਕਿ ਉਹ ਕੱਲ ਆਉਣ ਵਾਲੇ ਕੱਲ ਦਾ ਜਾਂ ਅਗਲੇ ਪਲ ਦਾ ਪਤਾ ਤੇ ਅੱਲਾਹ ਰੱਬੁਲ ਇੱਜ਼ਤ ਦੱਸ ਸਕਦੇ ਨੇ। ਲੇਕਿਨ ਇੱਕ ਸਿਆਸੀ ਸ਼ੌਕ ਰੱਖਦੇ ਹੋਇਆ, ਇੱਕ ਸਿਆਸੀ ਵਿਜ਼ਨ ਰੱਖਦੇ ਹੋਇਆ, ਇੱਕ ਸਿਆਸੀ ਤਾਲਬ ਇਲਮ ਹੋਣ ਦੇ ਨਾਤੇ ਮੇਰੀ ਤੁਸੀਂ ਪੇਸ਼ੀਨ ਗੋਈ ਲਿਖ ਲਓ ਕਿ ਇਸ ਹਾਲਾਤ ਇਸ ਸਰਕਮਸਟੈਂਸ ਦੇ ਵਿੱਚ ਜਿਹੜੀ ਵੀ ਹੁਕੂਮਤ ਬਣੇਗੀ, ਈਵਨ ਕਿ ਹੁਕੂਮਤ ਅਗਰ ਇਮਰਾਨ ਖਾਨ ਸਾਹਿਬ ਨੂੰ ਵੀ ਦੇ ਦਿੰਦੇ ਨੇ ਤੇ ਯਾਨੀ ਇਸ ਨੰਬਰ ਤੇ ਜਿਹੜੇ ਨੰਬਰ ਇਸ ਟਾਈਮ ਮੌਜੂਦ ਨੇ, ਤੇ ਉਹ ਹੁਕੂਮਤ ਜਿਹੜੀ ਹੈ 3 ਤੋਂ 6 ਮਹੀਨੇ ਮੈਕਸਿਮਮ, ਅੱਛਾ ਜੀ, ਉਹ ਵੀ ਲੋਕੀ 3 ਤੋਂ 6 ਮਹੀਨੇ ਇੰਤਜ਼ਾਰ ਨਹੀਂ ਕਰਨਗੇ, ਕਿਉਂਕਿ ਜੋ ਹੀ ਆਵਾਮ ਦੀ ਖਵਾਹਿਸ਼ਾਤ ਦੇ ਮੁਤਾਬਕ ਹੁਕੂਮਤ ਤਸ਼ਕੀਲ ਨਾ ਪਾਈ, ਜਿਹੜੀ ਵੀ ਹੁਕੂਮਤ ਬਣੀ ਉਸ ਨੂੰ ਅੱਜ ਤੋਂ ਹੀ ਲੋਕੀ ਸ਼ੁਰੂ ਹੋ ਗਏ ਨੇ ਹੁਕੂਮਤ ਨਾਲ ਜਿਹੜਾ ਉਹ ਯਾਨੀ ਉਹਦੀ ਮੁਹਾਫਤ ਕਰਨਾ ਔਰ ਉਹਦੇ ਅਗੇਂਸਟ ਆਪਣਾ ਯਾਨੀ ਜਿਹੜਾ ਉਹਨਾਂ ਦਾ ਸ਼ੌਰ ਮਿਲਿਆ ਉਹਦੇ ਮੁਤਾਬਕ ਉਹਨੂੰ ਆਵਾਮ ਅੱਗੇ ਵਧਣਾ ਚਾਹੁੰਦੇ ਨੇ। ਉਹ ਆਵਾਮ ਨੂੰ ਪਤਾ ਲੱਗ ਗਿਆ ਕਿ ਇਹ ਹੁਕੂਮਤ ਜਿਹੜੀ ਹੈ ਚੱਲਣ ਵਾਲੀ ਨਹੀਂ, ਤੇ ਇਹ ਵੀ ਹੁਣ ਯਾਨੀ ਸ਼ਰੀਫ ਖਾਨਦਾਨ ਨੂੰ ਚਾਹੀਦਾ ਔਰ ਜ਼ਰਦਾਰੀ ਸਾਹਿਬ ਨੂੰ ਵੀ ਚਾਹੀਦਾ ਕਿ ਪਤਾ ਨਹੀਂ ਕਿਨੇ ਪਹਿਲਾਂ ਮਰਨਾ ਹੈ, ਲੇਕਿਨ ਲੱਤਾਂ ਉਹਨਾਂ ਦੀਆਂ ਕਬਰ 'ਚ ਨੇ ਬਈ। ਹੁਣ ਤੁਸੀਂ ਕਮ ਸੇ ਕਮ ਜਿਹੜੀ ਹਾਲੇ ਵੀ ਯਾਨ ਵਾਲੀ ਉਹਨਾਂ ਨੂੰ ਨਹੀਂ ਭੁੱਲਦੀ ਪਈ ਕਿ ਮੈਂ ਪ੍ਰੈਜ਼ੀਡੈਂਟ ਹਾਊਸ 'ਚ ਆਵਾਂਗਾ ਤੇ ਫੇਰ ਹੀ ਆਏਗੀ ਯਾਨ। ਤੇ ਬਹਰਹਾਲ ਇੰਝ ਨਹੀਂ, ਹੁਣ ਥੋੜਾ ਆਵਾਮ ਦਾ ਸੋਚਣ, ਨਹੀਂ ਤੇ ਆਵਾਮ ਇਹਨਾਂ ਦੇ ਮੁਤਲਕ ਹੁਣ ਸੋਚਣਾ ਸ਼ੁਰੂ ਕਰ ਦਿੱਤਾ ਹੈ। ਐਡੀ ਵੱਡੀ ਯਾਨੀ 179 179 ਸੀਟਾਂ ਇਮਰਾਨ ਖਾਨ ਦਾ ਇਸ ਇਲੈਕਸ਼ਨ 'ਚ ਲੈ ਜਾਣਾ, ਤੇ ਮੈਨੂੰ ਇੰਝ ਲੱਗਦਾ ਹੈ ਕਿ ਅਗਲੇ ਕਿਸੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਮਰਾਨ ਖਾਨ 200 ਦਾ ਫਿਗਰ ਵੀ ਕ੍ਰਾਸ ਕਰ ਜਾਣਾ। ਜੀ ਠੀਕ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।